Hello guys and welcome to my channel Awesome Man. In today's video I will be talking about MTP Act of 1971. MTP stands for here is the Medical Termination of Pregnancy Act 1971. Under this act we will see that what are the rules and regulations for conducting the termination of pregnancy successfully and who can conduct the termination of pregnancy, as well as what are the rules and regulations for conducting the termination of pregnancy. So without further on wasting time, let us get started to watch the video. Before starting the video, I want to tell you guys to please like and subscribe my channel. That can be helpful for my channel to grow. Okay, so let us get started to watch the video. The topic is MTP Act. Okay. Now moving on to the introduction. Introduction में क्या क्या है? इंट्रोडक्शन ਦੇ ਵਿੱਚ ਲਿਖਿਆ ਹੈ ਜਿਵੇਂ ਕਿ ਇਸ ਦਾ ਟੌਪਿਕ ਹੈ MTP ਦੀ ਫੁੱਲ ਫਾਰਮ ਹੈਗੀ ਆ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 1971। ਨੈਕਸਟ ਹੈ ਇਹਦੇ ਵਿੱਚ ਉਹ ਸਾਰੇ ਐਸਪੈਕਟਸ ਇੰਕਲੂਡ ਹੁੰਦੇ ਆ ਜਿਹੜੇ ਕਿ ਜਿਹਦੇ ਵਿੱਚ ਲਿਖਿਆ ਜਾਂਦਾ ਹੈਗਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਅਸੀਂ ਪਰਫਾਰਮ ਕਿਵੇਂ ਕਰਨੀ ਆ, ਠੀਕ ਹੈ, ਇਨ ਏ ਲੀਗਲ ਵੇ ਉਹੀ ਲਿਖਿਆ ਹੈਗਾ। ਤੇ ਐਕਟ ਲੀਗਲੀ ਅਲਾਓ ਹਾਊ ਟੂ ਡੂ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਲੀਗਲੀ। ਓਕੇ, it was first launched in year 1971. Now moving on to the definitions. The definition of this MTP is an act to provide for the termination of certain pregnancies by the registered medical practitioners and for the matters connected therewith or incidental to। ਇਹਦਾ ਮੀਨਿੰਗ ਕੀ ਹੋ ਗਿਆ? ਇਹਦਾ ਮੀਨਿੰਗ ਇਹ ਹੋ ਗਿਆ ਹੈਗਾ ਬਈ ਇੱਕ ਤਰ੍ਹਾਂ ਦਾ ਇਹ ਐਕਟ ਹੈਗਾ ਜਿਸ ਦੇ ਅੰਦਰ ਇਹ ਲਿਖਿਆ ਗਿਆ ਹੈਗਾ ਵੀ ਕੌਣ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕੌਣ ਪਰਫਾਰਮ ਕਰ ਸਕਦਾ, ਕਿਹਦੇ ਹੱਥੋਂ ਹੋ ਸਕਦੀ ਹੈਗੀ ਆ। ਅਤੇ ਉਹ ਇਕੱਲੇ ਟਰਮੀਨੇਸ਼ਨ ਪ੍ਰੈਗਨੈਂਸੀ ਕਿਸੇ ਦੇ ਹੱਥੋਂ ਨਹੀਂ, ਬਲਕਿ ਉਹ ਸਾਰੇ ਮੈਟਰਸ ਜੋ ਕਿ ਕਨੈਕਟਡ ਹੋਣ ਕਾਹਦੇ ਨਾਲ, ਟਰਮੀਨੇਸ਼ਨ ਆਫ ਪ੍ਰੈਗਨੈਂਸੀ ਦੇ ਨਾਲ, ਜਾਂ ਫਿਰ ਇੰਸੀਡੈਂਟਲ ਹੋਣ ਰਿਲੇਟਡ ਟੂ ਦੀ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਦੇ ਨਾਲ, ਠੀਕ ਹੈ। ਉਹ ਸਾਰੀ ਚੀਜ਼ਾਂ ਇਸ ਐਕਟ ਦੇ ਅੰਦਰ ਆ ਜਾਂਦੀਆਂ ਨੇ। ਇਹ ਫਸਟ ਡੈਫੀਨੇਸ਼ਨ ਹੈਗੀ ਸਾਡੀ। ਨੈਕਸਟ ਡੈਫੀਨੇਸ਼ਨ ਵੱਲ ਵੱਧਦੇ ਹਾਂ ਤਾਂ ਐਕਟ ਫॉर ਪ੍ਰੋਵਾਈਡਿੰਗ ਮੀਨਸ ਟੂ ਟਰਮੀਨੇਟ ਪ੍ਰੈਗਨੈਂਸੀ ਇਨ ਅ ਲੀਗਲ ਵੇ। ਓਕੇ, it is self-inflicting. I think that I do not need to elaborate it. Next, moving on to the next topic, what comes under in this act. Okay, now the topic is divided into 8 subtopics for the better understanding. So पहला सारा सब टॉपिक हैगा जिहड़ा फर्स्ट वन हैगा वो हैगा शॉर्ट टाइटल एक्सटेंडेड कमेंसमेंट, ठीक है, ਇਹਦਾ ਨਾਮ ਹੀ ਆ। ਨੈਕਸਟ ਹੈ ਡੈਫੀਨੇਸ਼ਨਸ ਕੁਛ ਆ ਜਾਂਦੀਆਂ ਨੇ ਇਸ ਐਕਟ ਦੇ ਅੰਦਰ, ਉਹ ਸੈਕਿੰਡ ਟੌਪਿਕ ਦੇ ਅੰਦਰ ਆ ਜਾਂਦਾ। ਥਰਡ ਵਨ ਦੇ ਵਿੱਚ ਆ ਜਾਂਦਾ ਵੈਨ ਦਾ ਪ੍ਰੈਗਨੈਂਸੀ ਮੇ ਬੀ ਟਰਮੀਨੇਟਡ ਬਾय ਦ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ। ਓਕੇ, ਫੋਰਥ ਵਨ ਦੇ ਵਿੱਚ ਆ ਜਾਂਦਾ ਹੈਗਾ ਪਲੇਸ ਵੇਅਰ ਦ ਪ੍ਰੈਗਨੈਂਸੀ ਮੇ ਬੀ ਟਰਮੀਨੇਟਡ, ਕਿਹੜੀ ਪਲੇਸ 'ਤੇ ਹੋ ਸਕਦੀ ਆ। ਫਿਫਥ ਵਨ ਦੇ ਵਿੱਚ ਆ ਜਾਂਦਾ ਸੈਕਸ਼ਨ 3 ਐਂਡ 4 ਵੈਨ ਨਾਟ ਟੂ ਅਪਲਾਈ। ਸਿਕਸ ਵਨ ਦੇ ਵਿੱਚ ਆਉਂਦਾ ਪਾਵਰ ਟੂ ਮੇਕ ਰੂਲਸ। ਸੈਵਨਥ ਦੇ ਵਿੱਚ ਆਉਂਦਾ ਪਾਵਰ ਟੂ ਮੇਕ ਰੈਗੂਲੇਸ਼ਨਸ। ਐਂਡ ਏਟਥ ਵਨ ਦੇ ਵਿੱਚ ਆਉਂਦਾ ਪ੍ਰੋਟੈਕਸ਼ਨ ਆਫ ਐਕਸ਼ਨ ਟੇਕਨ ਇਨ ਗੁੱਡ ਫੇਥ। ਓਕੇ, ਸੋ ਫਸਟ ਅਸੀਂ ਸਬ ਟੌਪਿਕ ਵੱਲ ਵੱਧਦੇ ਹਾਂ ਜੋ ਕਿ ਹੈਗਾ ਸ਼ਾਰਟ ਟਾਈਟਲ ਐਕਸਟੈਂਟ ਐਂਡ ਕਮੈਂਸਮੈਂਟ। ਸ਼ਾਰਟ ਟਾਈਟਲ ਐਕਸਟੈਂਟ ਐਂਡ ਕਮੈਂਸਮੈਂਟ ਦੇ ਵਿੱਚ ਕੀ ਹੈਗਾ, ਹੁਣ ਜਦੋਂ ਇਹ ਐਕਟ ਬਣਾਇਆ ਗਿਆ ਸੀ ਤਾਂ ਉਸ ਦੌਰਾਨ ਇਹ ਮਾਈਂਡ ਦੇ ਵਿੱਚ ਰੱਖਿਆ ਗਿਆ ਸੀ ਵੀ ਇਹਦਾ ਸ਼ਾਰਟ ਟੌਪਿਕ ਹੀ ਰੱਖਾਂਗੇ, ਬੜਾ ਲੌਂਗ ਦੀ ਟਾਈਟਲ ਨਹੀਂ ਰੱਖਾਂਗੇ। ਤਾਂ ਇਸ ਕਰਕੇ ਇਹਦਾ ਨਾ ਸ਼ਾਰਟ ਨਾਮ ਹੀ ਰੱਖਿਆ ਗਿਆ ਜੋ ਕਿ ਹੈਗਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ 1971, ਠੀਕ ਹੈ। ਐਕਸਟੈਂਟ ਦੇ ਵਿੱਚ ਇੰਕਲੂਡ ਹੁੰਦਾ ਹੈਗਾ ਵੀ ਇੰਡੀਆ ਦੇ ਵਿੱਚ ਕਿਤੇ ਤੱਕ ਫੈਲਿਆ ਹੋਇਆ ਹੈਗਾ, ਐਕਸੈਪਟ ਜੰਮੂ ਐਂਡ ਕਸ਼ਮੀਰ ਹੈ, ਪੂਰੇ ਇੰਡੀਆ ਦੇ ਵਿੱਚ ਇਹ ਫੈਲਿਆ ਹੋਇਆ ਹੈਗਾ, ਠੀਕ ਹੈ। ਐਕਟ ਪੂਰੇ ਇੰਡੀਆ ਦੇ ਵਿੱਚ ਲਾਗੂ ਹੁੰਦਾ। ਨੈਕਸਟ ਹੈ ਸਾਡੇ ਕੋਲ ਕਮੈਂਸਮੈਂਟ। ਕਮੈਂਸਮੈਂਟ ਮੀਨਸ ਕੌਣ ਇਹਨੂੰ ਲਾਗੂ ਕਰ ਸਕਦਾ ਹੈਗਾ, ਇਹਨੂੰ ਜਿਹੜੀ ਸੈਂਟਰ ਗਵਰਨਮੈਂਟ ਦੇ ਆਰਡਰ 'ਤੇ ਹੀ ਫੋਰਸ ਦੇ ਵਿੱਚ ਆ ਸਕਦਾ ਹੈਗਾ। ਨੈਕਸਟ ਮੂਵਿੰਗ ਔਨ ਟੂ ਸਮ ਆਫ ਦੀ ਡੈਫੀਨੇਸ਼ਨਸ ਜਿਹੜੀ ਕਿ ਸੈਕਿੰਡ ਸਬ ਟੌਪਿਕ ਦੇ ਵਿੱਚ ਇੰਕਲੂਡ ਹੁੰਦੀਆਂ ਨੇ। ਪਹਿਲਾਂ ਆਉਂਦਾ ਸਾਡੇ ਕੋਲ ਗਾਰਡੀਅਨ ਕੌਣ ਹੁੰਦਾ ਹੈ। ਗਾਰਡੀਅਨ ਇੱਕ ਤਰ੍ਹਾਂ ਦਾ ਪਰਸਨ ਹੁੰਦਾ ਹੈਗਾ ਜਿਹੜਾ ਕਿ ਕਿਸੇ ਮਾਈਨਰ ਦੀ ਜਾਂ ਫਿਰ ਲੂਨੈਟਿਕ ਦੀ ਜਿਹੜਾ ਕੇਅਰ ਕਰਦਾ ਹੁੰਦਾ, ਉਸ ਪਰਸਨ ਨੂੰ ਅਸੀਂ ਗਾਰਡੀਅਨ ਕਹਿ ਦਿੰਦੇ ਹਾਂ। ਹੁਣ ਲੂਨੈਟਿਕ ਕੌਣ ਹੁੰਦਾ? ਲੂਨੈਟਿਕ ਜਿਹੜਾ ਮੈਂਟਲੀ ਇਲ ਪਰਸਨ ਨੂੰ ਅਸੀਂ ਆਖਦੇ ਹਾਂ, ਅਤੇ ਜਿਹੜੇ ਕਮ ਅੰਡਰ ਸੈਕਸ਼ਨ 3 ਆਫ ਇੰਡੀਅਨ ਲੂਨੈਟਿਕ ਐਕਟ 1912 ਦੇ ਅੰਡਰ ਆਉਂਦੇ ਨੇ। ਨੈਕਸਟ ਆਉਂਦੇ ਸਾਡੇ ਕੋਲ ਮਾਈਨਰਸ ਕੌਣ ਹੁੰਦੇ ਆ? ਐਜ ਏ ਪਰਸਨਸ ਜਿਹੜੇ ਕਿ 18 ਏਜ ਜਾਂ ਫਿਰ 18 ਏਜ ਤੋਂ ਘੱਟ ਵਾਲੇ ਹੁੰਦੇ ਨੇ, ਠੀਕ ਹੈ। ਅਤੇ ਐਕਟ ਇੰਡੀਅਨ ਐਕਟ ਮੈਜੋਰਟੀ ਐਕਟ 1875 ਤੋਂ ਘੱਟ ਦੇ ਵਿੱਚ ਆ ਜਾਂਦੇ ਹੈਗੇ ਆ। ਨੈਕਸਟ ਹੈ ਡੈਫੀਨੇਸ਼ਨ ਹੈਗੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੀ। ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਕੌਣ ਹੁੰਦਾ ਹੈਗਾ? ਮੀਨਸ ਏ ਮੈਡੀਕਲ ਪ੍ਰੈਕਟੀਸ਼ਨਰ ਹੂ ਪੋਸੈਸਿਸ ਐਨੀ ਰੈਕੋਗਨਾਈਜ਼ਡ ਮੈਡੀਕਲ ਕੁਆਲੀਫਿਕੇਸ਼ਨ, ਠੀਕ ਹੈ। ਉਹਦੇ ਕੋਲ ਇੱਕ ਰੈਕੋਗਨਾਈਜ਼ਡ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਰਿਲੇਟਡ ਟੂ ਦਿਸ, ਅਤੇ ਹੂਜ਼ ਨੇਮ ਹੈਜ਼ ਬੀਨ ਐਂਟਰਡ ਇਨ ਏ ਸਟੇਟ ਮੈਡੀਕਲ ਰਜਿਸਟਰ। ਉਹਦਾ ਨਾਮ ਜਿਹੜਾ ਹੈਗਾ ਸਟੇਟ ਦੇ ਮੈਡੀਕਲ ਰਜਿਸਟਰ ਦੇ ਵਿੱਚ ਐਂਟਰ ਹੋਣਾ ਚਾਹੀਦਾ। Having experience or training in gynecology and obstetrics as may be prescribed by the rules made under this act. Okay, and this is self explanatory ਵੀ ਉਹਦੇ ਕੋਲ ਐਕਸਪੀਰੀਅੰਸ ਚੰਗੀ ਤਰ੍ਹਾਂ ਹੋਣਾ ਚਾਹੀਦਾ ਹੈਗਾ,
ਠੀਕ ਹੈ। ਮੇਨਲੀ ਐਕਸਪੀਰੀਅੰਸ ਦੇ ਵਿੱਚ ਇੰਕਲੂਡ ਹੁੰਦਾ ਵੀ ਉਹਨੇ 25 MTPs ਪਰਫਾਰਮ ਕੀਤੀਆਂ ਹੋਣੀ ਚਾਹੀਦੀਆਂ ਨੇ ਇੱਕ ਅੱਛੇ ਇੰਸਟੀਟਿਊਟ ਦੇ ਵਿੱਚ ਜਿਹਦਾ ਬਹੁਤ ਵੱਡਾ ਜਿਹਦਾ ਨਾਮ ਵੀ ਹੋਵੇ, ਠੀਕ ਹੈ, ਅਤੇ ਉਹਦੇ ਕੋਲ ਡਿਗਰੀ ਵੀ ਹੋਣੀ ਚਾਹੀਦੀ ਆ। Next, moving on to the third subtopic, which is when pregnancies may be terminated by the registered medical practitioner. Okay, so ਇਸ ਦੇ ਅੰਦਰ ਕੀ ਆ ਜਾਂਦਾ ਹੈਗਾ, ਇਹਦੇ ਅੰਡਰ ਕੁਝ ਸੈਕਸ਼ਨਸ ਆ ਜਾਂਦੇ ਨੇ। ਸੈਕਸ਼ਨਸ ਦੇ ਵੱਲ ਅਸੀਂ ਵਧਦੇ ਹਾਂ। ਸੈਕਸ਼ਨ ਨੰਬਰ 1, if the medical practitioner terminates a pregnancy in accordance to this act, there no one can pose any legal threat or case on him, ਠੀਕ ਹੈ। ਸੈਕਸ਼ਨ 1 ਦੇ ਵਿੱਚ ਇਹ ਲਿਖਿਆ ਗਿਆ ਹੈਗਾ, ਜੇ ਇੱਕ ਮੈਡੀਕਲ ਪ੍ਰੈਕਟੀਸ਼ਨਰ ਜਦੋਂ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰਦਾ ਹੈਗਾ, ਕਿਸ ਚੀਜ਼ ਨੂੰ ਦੇਖਦੇ ਹੋਏ ਉਹ ਇਸ ਐਕਟ ਦੇ ਜਿੰਨੇ ਵੀ ਰੂਲਸ ਐਂਡ ਰੈਗੂਲੇਸ਼ਨਸ ਹੈਗੀਆਂ ਨੇ ਉਹਨਾਂ ਨੂੰ ਫੋਲੋ ਕਰਦੇ ਹੋਏ ਜਦੋਂ ਉਹ ਇੱਕ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰਦਾ ਹੈਗਾ ਤਾਂ ਕੋਈ ਵੀ ਉਹਦੇ 'ਤੇ ਲੀਗਲ ਚਾਰਜ ਜਾਂ ਫਿਰ ਲੀਗਲ ਥ੍ਰੈਟ ਨਹੀਂ ਕਰ ਸਕਦਾ, ਕੇਸ ਨਹੀਂ ਕਰ ਸਕਦਾ ਲੀਗਲੀ। ਸੈਕਸ਼ਨ 2 ਵੱਲ ਵਧਦੇ ਹਾਂ। ਇਹਦੇ ਵਿੱਚ ਟੋਟਲੀ 4 ਸੈਕਸ਼ਨ ਆ ਜਾਂਦੇ ਆ ਸਬ ਟੋਪਿਕ 3 ਦੇ ਅੰਡਰ, ਠੀਕ ਹੈ। ਸੈਕਸ਼ਨ 2 ਹੁਣ ਅਸੀਂ ਪੜ੍ਹ ਰਹੇ ਹੈਗੇ ਆ। ਇਹ ਪ੍ਰੈਗਨੈਂਸੀ ਮੇ ਵੀ ਟਰਮੀਨੇਟ ਬਾਈ ਦਾ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ। ਪ੍ਰੈਗਨੈਂਸੀ ਉਦੋਂ ਹੀ ਟਰਮੀਨੇਟ ਹੋ ਸਕਦੀ ਹੈਗੀ ਆ ਉਹ ਇੱਕ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੇ ਦੁਆਰਾ। ਇਹਦੇ ਵਿੱਚ ਕੁਝ ਕੰਡੀਸ਼ਨਸ ਆ ਜਾਂਦੀਆਂ ਨੇ। ਕੰਡੀਸ਼ਨਸ ਦੀ ਗੱਲ ਕਰਦੇ ਹੈਗੇ ਆ। ਕੰਡੀਸ਼ਨ ਨੰਬਰ 1, ਵੇਅਰ ਦ ਲੈਂਥ ਆਫ ਪ੍ਰੈਗਨੈਂਸੀ ਡਜ਼ਨਟ ਐਕਸੀਡ 12 ਵੀਕਸ, ਠੀਕ ਹੈ, ਕਿਉਂਕਿ ਜੇ 12 ਵੀਕਸ ਦਾ ਐਕਸੀਡ ਕਰ ਜਾਂਦੀ ਨੇ ਤਾਂ ਮਦਰ ਲਈ ਖਤਰਨਾਕ ਹੋ ਜਾਂਦਾ ਹੈਗਾ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰਵਾਉਣਾ। ਨੈਕਸਟ ਕੰਡੀਸ਼ਨ ਹੈਗੀ ਆ B ਨੰਬਰ, ਜੋ ਹੈ ਇਹ ਪ੍ਰੈਗਨੈਂਸੀ ਐਕਸੀਡਸ 12 ਵੀਕਸ ਬਟ ਹੈਵ ਨਾਟ ਯੈਟ ਐਕਸੀਡ 20 ਵੀਕਸ, ਦੈਨ ਵਿਦ ਦ ਓਪੀਨੀਅਨ ਟੇਕਨ ਬਾਈ ਦ 2 ਮੈਡੀਕਲ ਪ੍ਰੈਕਟੀਸ਼ਨਰਸ ਇਨ ਦ ਕੇਸ ਆਫ ਗੁੱਡ ਫੇਥ, ਠੀਕ ਹੈ। ਜੇ 12 ਵੀਕਸ ਬੀਤ ਚੁੱਕਿਆ, 20th ਵੀਕਸ ਅਸੀਂ ਫਿਰ ਪਰਫਾਰਮ ਕਰ ਸਕਦੇ ਹੁੰਦੇ ਹੈਗੇ MTP 20 ਵੀਕਸ ਤੋਂ ਪਹਿਲਾਂ, ਠੀਕ ਹੈ। ਅਤੇ ਉਹ ਮੈਡੀਕਲ ਪ੍ਰੈਕਟੀਸ਼ਨਰਸ ਦੇ ਓਪੀਨੀਅਨ ਦੇ ਨਾਲ ਹੀ ਅਸੀਂ ਪਰਫਾਰਮ ਕਰਾਂਗੇ ਇਸ ਕੇਸ ਦੇ ਵਿੱਚ। ਅਤੇ ਨਾਲ ਜਿਹੜਾ ਐਕਸ਼ਨ ਦਾ ਡਿਸੀਜ਼ਨ ਹੈਗਾ ਉਹ ਗੁੱਡ ਫੇਥ ਦੇ ਵਿੱਚ ਲਿੱਤਾ ਜਾਊਗਾ। ਜਿਵੇਂ ਕਿ ਗੁੱਡ ਫੇਥ ਦੇ ਵਿੱਚ ਕੀ ਇੰਕਲੂਡ ਹੁੰਦਾ ਹੈਗਾ, ਉਹਦੇ ਵਿੱਚ ਇੰਕਲੂਡ ਹੁੰਦਾ ਕੰਟੀਨਿਊਸ ਆਫ ਪ੍ਰੈਗਨੈਂਸੀ ਕੁਡ ਕਾਜ਼ ਸੀਰੀਅਸ ਰਿਸਕ ਟੂ ਦ ਲਾਈਫ ਆਫ ਪ੍ਰੈਗਨੈਂਟ ਵੂਮੈਨ। ਨੈਕਸਟ ਹੈਗਾ, ਜੇ ਚਾਈਲਡ ਬੋਰਨ ਵੀ ਹੋ ਗਿਆ ਤਾਂ ਉਹਦੇ ਅੰਦਰ ਐਜ ਹੀ ਫਿਜ਼ੀਕਲ ਜਾਂ ਫਿਰ ਮੈਂਟਲ ਏਲਮੈਂਟਸ ਆਉਣਗੀਆਂ ਜੋ ਕਿ ਉਹਨੂੰ ਜਨਮ ਲੈਣ ਤੋਂ ਬਾਅਦ ਵੀ ਹੈਂਡੀਕੈਪਡ ਬਣਾ ਦੇਣਗੇ ਪੂਰੀ ਜ਼ਿੰਦਗੀ ਵਾਸਤੇ। ਨੈਕਸਟ ਇਹਦੇ ਵਿੱਚ ਕੁਝ ਐਕਸਪਲੇਨੇਸ਼ਨਸ ਵੀ ਫਰਦਰ ਔਨ ਐਡ ਹੋਈਆਂ ਸੀ ਜੋ ਮੈਂ ਐਡ ਔਨ ਕੀਤੀਆਂ ਨੇ PPT ਦੇ ਵਿੱਚ। ਇਹਦੇ ਵਿੱਚ ਐਕਸਪਲੇਨੇਸ਼ਨ 1 ਆ ਜਾਂਦੀ ਆ, ਵੇਅਰ ਐਨੀ ਪ੍ਰੈਗਨੈਂਸੀ ਇਜ਼ ਕਾਜ਼ਡ ਬਾਈ ਰੇਪ ਦੀ ਐਂਗੁਇਸ਼ ਕਾਜ਼ਡ ਬਾਈ, ਇਹ ਜੀ ਪ੍ਰੈਗਨੈਂਸੀ ਜੋ ਕਿ ਰੇਪ ਦੇ ਨਾਲ ਕਾਜ਼ ਹੋਈ ਹੁੰਦੀ ਹੈਗੀ ਅਤੇ ਉਸ ਚੀਜ਼ ਦੇ ਫਿਜ਼ੀਕਲ ਜਾਂ ਫਿਰ ਮੈਂਟਲ ਸਟ੍ਰੈਸ ਜੋ ਮਦਰ ਦੇ ਉੱਤੇ ਹੁੰਦਾ ਹੈਗਾ, ਉਸ ਕੇਸ ਵਿੱਚ ਉਸ ਟਾਈਪ ਦੀ ਪ੍ਰੈਗਨੈਂਸੀ ਅਸੀਂ ਟਰਮੀਨੇਟ ਕਰ ਸਕਦੇ ਹੁੰਦੇ ਹੈਗੇ ਆ। ਨੈਕਸਟ ਸਾਡੇ ਕੋਲ ਆ ਜਾਂਦਾ ਹੈਗਾ ਐਕਸਪਲੇਨੇਸ਼ਨ 2, 2 ਐਕਸਪਲੇਨੇਸ਼ਨ ਸੀ ਹੈ ਨਾ। ਐਕਸਪਲੇਨੇਸ਼ਨ 2 ਆ ਗਈ ਇਹ ਐਜ ਦੀ ਪ੍ਰੈਗਨੈਂਸੀ ਜਿਹੜੀ ਕਿ ਫੇਲੀਅਰ ਆਫ ਐਨੀ ਕੰਟਰਾਸੈਪਟਿਵ ਡਿਵਾਈਸ ਦੇ ਨਾਲ ਕਾਜ਼ ਹੋਈ ਹੋਵੇ ਉਸ ਤਰ੍ਹਾਂ ਦੀ ਪ੍ਰੈਗਨੈਂਸੀ ਨੂੰ ਅਸੀਂ ਟਰਮੀਨੇਟ ਕਰ ਸਕਦੇ ਹਾਂ। ਹੁਣ ਸੈਕਸ਼ਨ ਨੰਬਰ 2 ਤੱਕ ਅਸੀਂ ਪੜ੍ਹ ਲਿਆ ਸੀ ਜਿਹਦੇ ਵਿੱਚ ਅਸੀਂ ਕੰਡੀਸ਼ਨਸ ਪੜ੍ਹੀਆਂ ਸੀ, ਕਿਹੜੀ ਕੰਡੀਸ਼ਨਸ ਵਿੱਚ ਅਸੀਂ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰ ਸਕਦੇ ਹਾਂ। ਹੁਣ ਸੈਕਸ਼ਨ ਨੰਬਰ 3 ਆ ਜਾਂਦਾ ਸਾਡੇ ਕੋਲੇ, ਠੀਕ ਹੈ। ਇਹਦੇ ਵਿੱਚ ਕੀ ਇੰਕਲੂਡ ਹੁੰਦਾ ਹੈਗਾ, ਇਹਦੇ ਵਿੱਚ ਜਿਵੇਂ ਇਹਦੇ ਵਿੱਚ ਗੱਲ ਕੀਤੀ ਗਈ ਹੈਗੀ ਜਿਵੇਂ ਕਿ ਅਸੀਂ ਡਿਟਰਮਾਈਨ ਕਰਦੇ ਸੀ ਵੀ ਕੰਟੀਨਿਊਸ ਪ੍ਰੈਗਨੈਂਸੀ ਜਿਹੜੀ ਹੈਗੀ ਰਿਸਕ ਟੂ ਲਾਈਫ ਆਫ ਮਦਰ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੈਗੀ, ਜਿਵੇਂ ਸੈਕਸ਼ਨ 2 ਦੇ ਵਿੱਚ ਕਿਹਾ ਗਿਆ ਸੀ। ਬਟ ਇਹਦੇ ਵਿੱਚ ਸੈਕਸ਼ਨ 3 ਦੇ ਵਿੱਚ ਹੋਰ ਐਡ ਔਨ ਕੀ ਕੀਤਾ ਗਿਆ, ਇਹਦੇ ਵਿੱਚ ਐਡ ਔਨ ਇਹ ਕੀਤਾ ਗਿਆ ਹੈਗਾ ਵੀ ਅਸੀਂ ਜੋ ਵੀ ਮਦਰ ਦੀ ਕੰਡੀਸ਼ਨਸ ਹੋਣਗੀਆਂ ਉਸ ਟਾਈਮ ਉਹਨਾਂ ਨੂੰ ਵੀ ਮੱਦੇਨਜ਼ਰ ਰੱਖਦੇ ਹੋਏ ਫਿਰ ਅਸੀਂ MTP ਪਰਫਾਰਮ ਕਰਾਂਗੇ, ਠੀਕ ਹੈ। ਸੈਕਸ਼ਨ ਨੰਬਰ 4 ਆ ਜਾਂਦਾ ਸਾਡੇ ਕੋਲ ਫਿਰ ਨੋ ਪ੍ਰੈਗਨੈਂਸੀ ਆਫ ਅ ਵੂਮਨ ਹੂ ਹੈਜ਼ ਨਾਟ ਅਟੇਨ। ਇਹਦੇ ਵਿੱਚ ਬਸ ਇਹੀ ਲਿਖਿਆ ਗਿਆ ਹੈਗਾ ਵੀ ਸਾਡੇ ਕੋਲ ਬਾਈ ਚਾਂਸ ਕੋਈ ਕੇਸ ਆਫ ਮਾਈਨਰ ਆ ਜਾਂਦਾ ਹੈਗਾ ਜਾਂ ਫਿਰ ਐਜਾ ਕੇਸ ਆ ਜਾਂਦਾ ਜਿਹਦੇ ਵਿੱਚ ਸਾਨੂੰ ਜੈਨੇਟਿਕ ਪਰਸਨ ਮਿਲਦਾ ਹੈਗਾ ਜਿਹੜਾ ਕਿ 18 ਈਅਰਸ ਤੋਂ ਅਬਵ ਹੁੰਦੀ ਹੈ ਜਿਹਦੀ ਏਜ, ਠੀਕ ਹੈ, ਮਤਲਬ 18 ਈਅਰਸ ਤੋਂ ਜ਼ਿਆਦਾ ਹੁੰਦੀ ਹੈ ਜਿਹਦੀ ਏਜ, ਠੀਕ ਹੈ, ਅਟੇਨ ਕਰ ਚੁੱਕਾ ਹੁੰਦਾ ਹੈਗਾ। ਉਸ ਕੇਸ ਦੇ ਵਿੱਚ ਟਰਮੀਨੇਸ਼ਨ ਪ੍ਰੈਗਨੈਂਸੀ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਅਸੀਂ ਪੇਸ਼ੈਂਟ ਨਹੀਂ ਬਲਕਿ ਉਹਦੇ ਪੇਰੈਂਟਸ ਜਾਂ ਫਿਰ ਗਾਰਡੀਅਨ ਤੋਂ ਕੰਸੈਂਟ ਸਾਈਨ ਕਰਾਉਣ ਤੋਂ ਬਾਅਦ ਹੀ ਕਰ ਸਕਦੇ ਹਾਂ। ਓਕੇ, ਨੈਕਸਟ ਹੈ ਕੋਈ ਵੀ ਪ੍ਰੈਗਨੈਂਸੀ ਜਿਹੜੀ ਆ ਉਹ ਟਰਮੀਨੇਟ ਨਹੀਂ ਕੀਤੀ ਜਾਊਗੀ ਜਦ ਤੱਕ ਅਸੀਂ ਇੱਕ ਮਦਰ ਤੋਂ ਜਾਂ ਫਿਰ ਜੋ ਪ੍ਰੈਗਨੈਂਟ ਲੇਡੀ ਆ ਪੇਸ਼ੈਂਟ ਆ ਸਾਡਾ ਉਦੋਂ ਅਸੀਂ ਕੰਸੈਂਟ ਫਾਰਮ ਨਹੀਂ ਸਾਈਨ ਕਰਵਾ ਲੈਂਦੇ, ਠੀਕ ਹੈ। ਇਹਦੇ ਵਿੱਚ ਇੱਕ ਮਾਈਂਡ ਦੇ ਵਿੱਚ ਰੱਖਣ ਦੀ ਗੱਲ ਇਹ ਹੈਗੀ ਆ ਵੀ ਸਾਨੂੰ ਇੱਥੇ ਲੇਡੀ ਦੇ ਹੀ ਕੰਸੈਂਟ ਦੀ ਲੋੜ ਪੈਂਦੀ ਹੈ ਜੋ ਕਿ ਟਰਮੀਨੇਸ਼ਨ ਕਰਵਾ ਰਹੀ ਹੈਗੀ ਆ, ਨਾ ਕਿ ਉਹਦੇ ਹਸਬੈਂਡ ਦੀ। ਨੈਕਸਟ ਹੈ ਪਲੇਸ ਵੇਅਰ ਦ ਪ੍ਰੈਗਨੈਂਸੀ ਮੇ ਬੀ ਟਰਮੀਨੇਟਡ, ਕਿਹੜੀ ਜਗ੍ਹਾ ਦੇ ਉੱਤੇ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੋ ਸਕਦੀ ਆ। ਤਾਂ ਪਲੇਸਿਸ ਦੇ ਵਿੱਚ ਇੰਕਲੂਡ ਹੁੰਦੇ ਹੈਗੇ ਜਿਵੇਂ ਹੌਸਪੀਟਲਸ ਜਿਹੜੇ ਕਿ ਮੇਨਟੇਨ ਅਤੇ ਐਸਟੈਬਲਿਸ਼ ਕੀਤੇ ਗਏ ਹੋਣ ਗਵਰਨਮੈਂਟ ਦੇ ਦੁਆਰਾ, ਜੇ ਕਿ ਮੇਨਟੇਨ ਵੀ ਹੋ ਰਹੇ ਹੋਣ, ਜਾਂ ਫਿਰ ਐਜ ਏ ਜਗ੍ਹਾਵਾਂ ਐਜ ਏ ਹੌਸਪੀਟਲਸ ਜਿੱਥੇ ਕਿ ਗਵਰਨਮੈਂਟ ਨੇ ਅਪਰੂਵ ਕੀਤਾ ਹੋਵੇ ਤੁਸੀਂ ਉੱਥੇ ਕਰ ਸਕਦੇ ਹੈਗੇ ਟਰਮੀਨੇਸ਼ਨ ਆਫ ਪ੍ਰੈਗਨੈਂਸੀ। ਨੈਕਸਟ ਸਬ ਟੋਪਿਕ ਹੈ ਸਾਡੇ ਕੋਲ ਸੈਕਸ਼ਨ 3 and 4 ਵੇਅਰ ਨਾਟ ਟੂ ਅਪਲਾਈ, ਕਿਤੇ ਅਪਲਾਈ ਨਹੀਂ ਹੁੰਦਾ।
ਇਹਦੇ ਵਿੱਚ ਆ ਜਾਂਦੇ ਹੈਗੇ ਆ ਜਿਵੇਂ ਕਿ ਓਪੀਨੀਅਨ ਆਫ ਨਾਟ ਲੈਸ ਦੈਨ 2 ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਫॉर ਦੀ ਟਰਮੀਨੇਸ਼ਨ ਆਫ ਪ੍ਰੈਗਨੈਂਸੀ। ਜਿੱਥੇ ਨਾਂ ਦਿੱਤਾ ਗਿਆ ਹੋਵੇ ਓਪੀਨੀਅਨ 2 ਮੈਡੀਕਲ ਪ੍ਰੈਕਟੀਸ਼ਨਰਸ ਦਾ ਫॉर ਦੀ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰਾਉਣ ਵਾਸਤੇ। ਇਹ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਇਜ਼ ਡਨ ਬਾਈ ਨॉन ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦੈਨ ਹੀ ਔਰ ਸ਼ੀ ਵਿਲ ਬੀ ਪਨਿਸ਼ੇਬਲ। ਓਕੇ, ਜੇ ਕੋਈ ਬਾਈ ਚਾਂਸ ਹੋਰ ਕੋਈ ਮੈਡੀਕਲ ਪਰਸੋਨਲ ਕਰਦਾ ਵੀ ਹੈਗਾ ਟਰਮੀਨੇਸ਼ਨ ਆਫ ਮੈਡੀਕਲ ਪ੍ਰੈਗਨੈਂਸੀ, ਠੀਕ ਹੈ, ਜੇ ਉਹ ਰਜਿਸਟਰ ਮੈਡੀਕਲ ਪ੍ਰੈਕਟੀਸ਼ਨ ਨਹੀਂ ਹੈਗਾ ਤੇ ਉਹਦੇ ਅਗੇਂਸਟ ਐਕਸ਼ਨ ਵੀ ਹੋਊਗਾ ਤੇ ਉਸ ਕੇਸ ਦੇ ਵਿੱਚ ਉਹਨੂੰ ਅਲਾਓ ਨਹੀਂ ਕੀਤਾ ਜਾਣਾ ਚਾਹੀਦਾ ਹੈਗਾ ਵੀ ਉਹ ਮੈਡੀਕਲ ਵੀ ਉਹ MTP ਪਰਫਾਰਮ ਕਰੇ। ਨੈਕਸਟ ਮੂਵਿੰਗ ਔਨ ਟੂ ਪਾਵਰ ਆਫ ਮੇਕਿੰਗ ਰੂਲਸ। ਕੌਣ ਰੂਲਸ ਬਣਾ ਸਕਦਾ ਹੈਗਾ? ਸੈਂਟਰ ਗਵਰਨਮੈਂਟ ਹੀ ਰੂਲਸ ਬਣਾ ਸਕਦੀ ਹੈ ਇਸ ਐਕਟ ਦੇ ਵਾਸਤੇ। ਫॉर ਐਗਜ਼ਾਮਪਲ ਜਿਵੇਂ ਕਿ ਇੱਕ ਰਜਿਸਟਰ ਮੈਡੀਕਲ ਪ੍ਰੈਕਟੀਸ਼ਨਰ ਦੁਆਰਾ ਹੀ ਹੋਣੀ ਚਾਹੀਦੀ ਆ। ਨੈਕਸਟ ਇਹਦੇ ਵਿੱਚ ਆ ਜਾਂਦਾ ਹੈਗਾ ਜਦੋਂ ਹੁਣ ਜਿਵੇਂ ਲਾਜ਼ ਉਹਨੇ ਬਣਾ ਦਿੱਤੇ ਸੈਂਟਰ ਗਵਰਨਮੈਂਟ ਨੇ ਤੇ ਉਹ ਪਬਲਿਸ਼ ਹੋਣ ਵਾਸਤੇ ਪਬਲਿਕ ਦੇ ਐਕਟ ਵਿੱਚ ਆਉਣ ਵਾਸਤੇ ਉਹ ਪਾਰਲੀਮੈਂਟ ਔਰ ਹਾਊਸ ਦੇ ਵਿੱਚੋਂ ਲੰਘ ਕੇ ਉਹਦੀ ਪਰਮਿਸ਼ਨ ਜਾਣੀ ਚਾਹੀਦੀ ਹੈਗੀ ਆ। ਪਾਰਲੀਮੈਂਟ ਆਫ ਜਿਹੜਾ ਹਾਊਸ ਆਫ ਪਾਰਲੀਮੈਂਟ ਹੈਗਾ ਤੇ ਉਹ ਫਿਰ ਉਹ ਕੀ ਕਹਿੰਦੇ ਆ ਆਪਣੇ ਇੱਕ ਸੈਸ਼ਨ ਦੇ ਵਿੱਚ ਇਹ ਡਿਸਾਈਡ ਕਰੂਗਾ ਵੀ ਇਹ ਜਿਹੜਾ ਰੂਲ ਬਣਾਇਆ ਗਿਆ ਸੈਂਟਰ ਗਵਰਨਮੈਂਟ ਦੇ ਦੁਆਰਾ ਇਸ ਐਕਟ ਦੇ ਅੰਦਰ ਵੀ ਉਹ ਠੀਕ ਹੈਗਾ ਕਿ ਨਹੀਂ ਹੈਗਾ। ਜੇ ਠੀਕ ਲੱਗਦਾ ਤਾਂ ਉਹ ਪਾਸ ਆਨ ਹੋ ਜਾਂਦਾ, ਜੇ ਨਹੀਂ ਠੀਕ ਹੁੰਦਾ ਤਾਂ ਉਹ ਨਹੀਂ ਪਾਸ ਆਨ ਕਰਦੇ ਤੇ ਜੇ ਪਾਸ ਆਨ ਕਰਨਾ ਵੀ ਹੁੰਦਾ ਤੇ ਉਸ ਨੂੰ ਮੋਡੀਫਾਈ ਕਰ ਦਿੰਦੇ ਆ ਉਹ। ਠੀਕ ਹੈ, ਨੈਕਸਟ ਸਾਡੇ ਕੋਲ ਟੌਪਿਕ ਆ ਜਾਂਦਾ ਹੈਗਾ ਸੈਕਿੰਡ ਲਾਸਟ ਹੈਗਾ ਜੋ ਪਾਵਰ ਟੂ ਮੇਕ ਰੈਗੂਲੇਸ਼ਨਸ। ਓਕੇ, ਕਿਹਦੇ ਕੋਲ ਪਾਵਰ ਹੁੰਦੀ ਹੈ ਟੂ ਮੇਕ ਦ ਰੈਗੂਲੇਸ਼ਨਸ? ਓਨਲੀ ਦ ਗਵਰਨਮੈਂਟ ਸੈਂਟਰ ਸਟੇਟ ਗਵਰਨਮੈਂਟ ਜਿਹੜੀ ਹੁੰਦੀ ਆ ਉਹਦੀ ਰਿਸਪੌਂਸਿਬਿਲਿਟੀ ਹੁੰਦੀ ਆ ਵੀ ਇਸ ਚੀਜ਼ ਦੇ ਰੈਗੂਲੇਸ਼ਨਸ ਇਸ ਐਕਟ ਦੇ ਰੈਗੂਲੇਸ਼ਨਸ ਨੂੰ ਮੇਨਟੇਨ ਕਰਕੇ ਰੱਖੇ। ਠੀਕ ਹੈ, ਤੇ ਇਹਦੇ ਵਿੱਚ ਕੁਝ ਰੈਗੂਲੇਸ਼ਨਸ ਦੇ ਵਿੱਚ ਇੰਕਲੂਡ ਹੁੰਦਾ ਜਿਵੇਂ ਕਿ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਜਿਹੜੀ ਮੈਡੀਕਲ ਪ੍ਰੈਕਟੀਸ਼ਨ ਦੇ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਆ। ਅਤੇ ਜਿਹੜੀ ਟਰਮੀਨੇਸ਼ਨ ਦੇ ਰਿਲੇਟਿਡ ਜੋ ਵੀ ਇਨਫੋਰਮੇਸ਼ਨ ਹੁੰਦੀ ਆ ਮਦਰ ਤੋਂ ਹੀ ਪੁੱਛ ਕੇ ਸਾਨੂੰ ਉਹਦੇ ਕਿਸੇ ਰਿਲੇਟਿਵ ਨੂੰ ਦੱਸਣੀ ਚਾਹੀਦੀ ਆ। ਠੀਕ ਹੈ, ਬਗੈਰ ਉਹਦੇ ਪਿੱਛੇ ਜਾਂ ਫਿਰ ਕੰਸੈਂਟ ਲੈਣ ਦੇ ਬਿਨਾਂ ਅਸੀਂ ਨਹੀਂ ਇੱਦਾਂ ਡਿਸਕਲੋਜ਼ ਕਰ ਸਕਦੇ ਕਿਸੇ ਕੋਲ ਵੀ ਇਨਫੋਰਮੇਸ਼ਨ। ਠੀਕ ਹੈ, ਰੈਗੂਲੇਸ਼ਨਸ ਦੇ ਵਿੱਚ ਇਹ ਵੀ ਇੰਕਲੂਡ ਹੁੰਦਾ ਹੈਗਾ ਜੇ ਬਾਈ ਚਾਂਸ ਇਹ ਜੋ ਵੀ ਇਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਇਸ ਐਕਟ ਦੇ ਅੰਦਰ ਆਉਂਦੇ ਹੈਗੇ ਜੇ ਉਹਨੂੰ ਜੇ ਉਹਦੇ ਵਿੱਚ ਕੋਈ ਚੂਕ ਰਹਿੰਦੀ ਹੈ ਜਾਂ ਫਿਰ ਉਹਨੂੰ ਉਸ ਅਕੋਰਡਿੰਗ ਨਹੀਂ ਕੀਤਾ ਜਾਂਦਾ ਤਾਂ ਉਹ ਜੋ ਵੀ ਪਰਫਾਰਮ ਕਰ ਰਿਹਾ ਹੈਗਾ MTP ਉਸ ਦੇ ਅਗੇਂਸਟ ਐਕਸ਼ਨ ਲੈ ਸਕਦੇ ਹੈਗੇ ਅਸੀਂ। ਠੀਕ ਹੈ, ਹੁਣ ਲਾਸਟ ਸਾਡਾ ਟੌਪਿਕ ਹੈਗਾ ਪ੍ਰੋਟੈਕਸ਼ਨ ਆਫ ਐਕਸ਼ਨ ਟੇਕਨ ਇਨ ਗੁੱਡ ਫੇਥ। ਇਹਦੇ ਵਿੱਚ ਕੀ ਹੈਗਾ? ਇਹਦੇ ਵਿੱਚ ਇਹ ਲਿਖਿਆ ਹੈਗਾ ਵੀ ਜੇ ਇੱਕ ਮੈਡੀਕਲ ਪ੍ਰੈਕਟੀਸ਼ਨਰ ਜੇ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਇਸ ਐਕਟ ਦੇ ਅੰਦਰ ਜੋ ਵੀ ਆਉਂਦੇ ਹੈਗੇ ਆ ਉਹਨਾਂ ਸਾਰਿਆਂ ਨੂੰ ਫੋਲੋ ਕਰਕੇ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਰਦਾ ਹੈਗਾ ਤਾਂ ਉਹਦੇ ਉੱਤੇ ਕੋਈ ਵੀ ਲੀਗਲ ਚਾਰਜ ਜਾਂ ਫਿਰ ਇਸ਼ੂ ਨਹੀਂ ਬਣ ਸਕਦਾ ਹੈਗਾ। ਬਸ ਇਹੀ ਸੀ ਆ ਲਾਸਟ ਵਾਲੇ ਪੁਆਇੰਟ ਦੇ ਵਿੱਚ। ਠੀਕ ਹੈ, ਪ੍ਰੋਟੈਕਸ਼ਨ ਆਫ ਐਕਸ਼ਨ ਟੇਕਨ ਇਨ ਗੁੱਡ ਫੇਥ ਐਜ਼ ਸੈਲਫ ਐਕਸਪਲੇਨੇਟਰੀ ਹੁੰਦਾ। ਠੀਕ ਹੈ ਜੀ, ਤੇ ਇਹੀ ਸੀ ਆ ਅੱਜ ਦੇ ਟੌਪਿਕ ਵਾਸਤੇ ਜੋ ਵੀ ਸੀ ਆ। ਥੈਂਕ ਯੂ ਫॉर ਵਾਚਿੰਗ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਮੈਨੂੰ ਦੁਬਾਰਾ ਤੋਂ ਨਾ ਕਹਿਣਾ ਪਵੇ। ਠੀਕ ਹੈ, ਬਾਏ।